ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜੀਵਨ ਅਨੁਭਵ ਬੜਾ ਹੀ ਡੂੰਘਾ ਤੇ ਵਿਸ਼ਾਲ ਸੀ। ਆਪ ਜੀ ਇੱਕ ਗੰਭੀਰ ਤੇ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ। ਭਗਤੀ ਰਸ ਨਾਲ ਓਤ-ਪ੍ਰੋਤ, ਮੋਹ ਮਾਇਆ ਤੋਂ ਨਿਰਲੇਪ, ਅਡੋਲ ਚਿੱਤ, ਸੂਰਬੀਰ, ਤੇਗ ਦੇ ਧਨੀ, ਧਰਮ ਰੱਖਿਅਕ, ਦੁੱਖ ਸੁੱਖ, ਈਰਖਾ ਦੁਵੈਤ ਤੋਂ ਮੁਕਤ, ਪਰਉਪਕਾਰੀ ਸੁਭਾਅ, ਇੱਕ ਮਹਾਨ ਕਵੀ, ਕੁਰਬਾਨੀ ਦੇ ਪੁੰਜ ਤੇ ਸ਼ਾਂਤੀ ਦੇ ਦੂਤ ਸਨ। ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਪ੍ਰਕਾਸ਼ ਅਪ੍ਰੈਲ 1621 ਈਸਵੀ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲ ਵਿਖੇ ਹੋਇਆ। ਆਪ ਜੀ ਦਾ ਆਨੰਦ ਕਾਰਜ 1634 ਈਸਵੀ ਵਿੱਚ ਜਲੰਧਰ ਦੇ ਪਿੰਡ ਕਰਤਾਰਪੁਰ ਦੇ ਨਿਵਾਸੀ ਸ੍ਰੀ ਲਾਲ ਚੰਦ ਜੀ ਦੀ ਸੁਪੁੱਤਰੀ ਬੀਬੀ ਗੁਜਰੀ ਜੀ ਨਾਲ ਹੋਇਆ। 1644 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੀ ਮਾਤਾ ਜੀ ਮਾਤਾ ਨਾਨਕੀ ਜੀ ਅਤੇ ਮਹਲ ਮਾਤਾ ਗੁਜਰੀ ਜੀ ਸਮੇਤ ਬਕਾਲੇ ਨਗਰ ਵਿੱਚ ਆ ਗਏ, ਜਿੱਥੇ ਆਪ ਜੀ ਇੱਕ ਲੰਮਾ ਸਮਾਂ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਰਹੇ। ਮਾਰਚ 1664 ਈਸਵੀ ਵਿੱਚ 8ਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿਖੇ ਜੋਤੀ ਜੋਤ ਸਮਾਉਣ ਲੱਗਿਆਂ 9ਵੇਂ ਪਾਤਸ਼ਾਹ ਜੀ ਦੇ ਬਾਰੇ ਸੰਗਤਾਂ ਨੂੰ ਹਿਦਾਇਤ ਕਰਦਿਆਂ ਆਖਿਆ ਕਿ ਬਾਬਾ ਬਸੇ ਗ੍ਰਾਮ ਬਕਾਲੇ, ਜਿਸ ਦਾ ਭਾਵ ਸੀ ਕਿ ਗੁਰਗੱਦੀ ਦੇ ਅਗਲੇ ਵਾਰਸ ਬਕਾਲੇ ਵਿੱਚ ਹਨ। ਦਿੱਲੀ ਵਿਖੇ ਕਹੇ 8ਵੇਂ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਬਾਅਦ ਹੀ ਬਕਾਲੇ ਨਗਰ ਦਾ ਨਾਂ ਵੀ ਬਾਬਾ ਬਕਾਲਾ ਕਰਕੇ ਪ੍ਰਸਿੱਧ ਹੋ ਗਿਆ, ਜਿਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦੀ ਮਿਹਰ ਸਦਕਾ ਭਾਈ ਮੱਖਣ ਸ਼ਾਹ ਲੁਬਾਣਾ ਜੀ ਦੀ ਸੁਚੇਤਤਾ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ 9ਵੀਂ ਗੱਦੀ ਤੇ ਬਿਰਾਜਮਾਨ ਹੋਏ ਤੇ 1666 ਈਸਵੀ ਵਿੱਚ ਆਪ ਜੀ ਦੇ ਗ੍ਰਹਿ ਵਿਖੇ ਬਾਲਕ ਗੋਬਿੰਦ ਰਾਏ ਜੀ ਨੇ ਪ੍ਰਕਾਸ਼ ਧਾਰਿਆ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਪਨ ਤੋਂ ਹੀ ਦਿਆਲੂ ਅਤੇ ਪਰਉਪਕਾਰੀ ਸੁਭਾਅ ਦੇ ਮਾਲਕ ਸਨ। ਉਹ ਕਿਸੇ ਦਾ ਵੀ ਦੁੱਖ ਨਹੀਂ ਵੇਖ ਸਕਦੇ ਸਨ। ਇੱਕ ਵਾਰ ਆਪ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਵਿਆਹ ਤੇ ਸਰਦੀਆਂ ਦੇ ਦਿਨਾਂ ਵਿੱਚ ਆਪਣੀ ਨਵੀਂ ਪੁਸ਼ਾਕ ਇੱਕ ਐਸੇ ਬੱਚੇ ਨੂੰ ਦੇ ਦਿੱਤੀ ਜਿਸ ਦੇ ਤਨ ਤੇ ਕੋਈ ਵੀ ਕੱਪੜਾ ਨਹੀਂ ਸੀ। ਆਪ ਜੀ ਨੇ ਆਪਣੇ ਸਰੀਰ ਤੇ ਪਾਏ ਹੋਏ ਬਸਤਰਾਂ ਨਾਲ ਉਸ ਬੱਚੇ ਦਾ ਤਨ ਢੱਕ ਦਿੱਤਾ ਅਤੇ ਜਿਸ ਦਿਨ ਹਿੰਦੁਸਤਾਨ ਦੀ ਧਰਤੀ ਤੇ ਧਰਮ ਨੂੰ ਢੱਕਣ ਦੀ ਲੋੜ ਪਈ ਤਾਂ ਆਪ ਜੀ ਨੇ ਆਪਣੇ ਤਨ ਦੀ ਚਾਦਰ ਬਣਾ ਕੇ ਧਰਮ ਦੀ ਵੀ ਪੱਤ ਸਦਾ ਲਈ ਢੱਕ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ਼ਸਤਰ ਵਿਦਿਆ ਭਾਈ ਗੁਰਦਾਸ ਜੀ ਪਾਸੋਂ ਪ੍ਰਾਪਤ ਕੀਤੀ ਅਤੇ ਕੁਝ ਸਮਾਂ ਆਪ ਜੀ ਬਾਬਾ ਬੁੱਢਾ ਜੀ ਪਾਸ ਰਮਦਾਸ ਪਿੰਡ ਵੀ ਰਹੇ। ਆਪ ਜੀ ਬਚਪਨ ਤੋਂ ਹੀ ਬੜੇ ਸ਼ਾਂਤ ਸੁਭਾਅ ਦੇ ਸਨ। ਆਪ ਜੀ ਨੇ ਪਹਿਲਾਂ ਆਪਣੇ ਵੱਡੇ ਭਰਾ ਬਾਬਾ ਅਟਲ ਰਾਏ ਜੀ ਨੂੰ, ਫਿਰ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਵੀ ਆਪਣੀਆਂ ਅੱਖਾਂ ਸਾਹਮਣੇ ਜਦੋਂ ਸਰੀਰ ਛੱਡਦੇ ਵੇਖਿਆ ਤਾਂ ਇਸ ਗੱਲ ਦਾ ਆਪ ਜੀ ਦੇ ਮਨ ਤੇ ਬਹੁਤ ਡੂੰਘਾ ਪ੍ਰਭਾਵ ਪਿਆ। ਆਪ ਜੀ ਹਮੇਸ਼ਾ ਸ਼ਾਂਤ ਤੇ ਵੈਰਾਗ ਵਿੱਚ ਰਹਿੰਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਲਗਭਗ 13 ਵਰ੍ਹਿਆਂ ਦੀ ਉਮਰ ਵਿੱਚ ਆਪਣੇ ਗੁਰੂ ਪਿਤਾ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਮੁਗਲਾਂ ਨਾਲ ਹੋਈ ਚੌਥੀ ਜੰਗ ਵਿੱਚ ਤੇਗ ਦੇ ਐਸੇ ਜੌਹਰ ਵਿਖਾਏ ਕਿ ਆਪ ਜੀ ਤੇਗ ਦੇ ਧਨੀ ਕਹਿਲਾਏ। ਗੁਰਗੱਦੀ ਤੇ ਬਿਰਾਜਮਾਨ ਹੋਣ ਮਗਰੋਂ ਆਪ ਜੀ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਧੀਰਮਲ ਨੇ ਈਰਖਾਵਸ ਹੋ ਕੇ ਆਪ ਜੀ ਉੱਤੇ ਸ਼ੀਹੇ ਮਸੰਦ ਦੁਆਰਾ ਗੋਲੀ ਚਲਵਾਈ ਤੇ ਗੁਰੂ ਘਰ ਦਾ ਸਮਾਨ ਵੀ ਲੁੱਟਿਆ। ਪਰ ਬਾਅਦ ਵਿੱਚ ਮੱਖਣ ਸ਼ਾਹ ਲੁਬਾਣਾ ਜੀ ਨੇ ਧੀਰਮਲ ਨੂੰ ਫੜ ਕੇ ਗੁਰੂ ਜੀ ਅੱਗੇ ਹਾਜ਼ਰ ਵੀ ਕੀਤਾ ਤੇ ਗੁਰੂ ਘਰ ਦਾ ਸਮਾਨ ਵੀ ਵਾਪਸ ਲਿਆਂਦਾ। ਪਰ ਤਾਂ ਵੀ ਕਿਰਪਾਲੂ ਸਤਿਗੁਰੂ ਜੀ ਨੇ ਸਾਰਾ ਧਨ ਪਦਾਰਥ ਧੀਰਮਲ ਨੂੰ ਵਾਪਸ ਮੋੜ ਕੇ ਉਸ ਨੂੰ ਛੱਡ ਦਿੱਤਾ। ਨਵੰਬਰ 1664 ਈਸਵੀ ਵਿੱਚ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅਤੇ ਪ੍ਰਿਥੀ ਚੰਦ ਦਾ ਪੋਤਰਾ ਹਰਜੀ ਜੋ ਕਿ ਸ੍ਰੀ ਹਰਮੰਦਰ ਸਾਹਿਬ ਜੀ ਤੇ ਕਾਬਜ਼ ਸੀ ਦੀਆਂ ਮਨਮਾਨੀਆਂ ਰੋਕਣ ਲਈ ਗਏ ਤਾਂ ਹਰਜੀ ਨੂੰ ਗੁਰੂ ਪਾਤਸ਼ਾਹ ਜੀ ਦੇ ਆਉਣ ਦਾ ਪਤਾ ਲੱਗਣ ਤੇ ਉਸ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਵਾਜ਼ੇ ਆਪਣੇ ਮਸੰਦਾਂ ਪਾਸੋਂ ਬੰਦ ਕਰਵਾ ਦਿੱਤੇ ਤੇ ਗੁਰੂ ਜੀ ਨੂੰ ਦਰਸ਼ਨ ਨਾ ਕਰਨ ਦਿੱਤੇ, ਜਿਸ ਤੋਂ ਬਾਅਦ ਗੁਰੂ ਜੀ ਨੇ ਸਰੋਵਰ ਵਿੱਚ ਇਸ਼ਨਾਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਲਾਗੇ ਥੜੇ ਉੱਪਰ ਹੀ ਦੀਵਾਨ ਲਗਾਇਆ ਤੇ ਇਸ ਪਾਵਨ ਅਸਥਾਨ ਤੇ ਅੱਜ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ 9ਵੀਂ ਸੁਸ਼ੋਭਿਤ ਹੈ। ਸ਼ਾਮ ਢਲਦੇ ਗੁਰੂ ਜੀ ਵੱਲਾ ਪਿੰਡ ਨੂੰ ਚਲੇ ਗਏ। ਵੱਲਾ ਪਿੰਡ ਨੂੰ ਆਪ ਜੀ ਨੇ ਵੱਲਾ ਗੁਰੂ ਕਾ ਗੱਲਾ ਭਾਵ ਗੁਰੂ ਕਾ ਖਜ਼ਾਨਾ ਦਾ ਵਰ ਦਿੱਤਾ।
ਇੱਥੇ ਆਪ ਜੀ ਨੇ ਲਗਭਗ 3 ਦਿਨ ਟਿਕਾਣਾ ਕਰ ਸੰਗਤਾਂ ਨੂੰ ਗੁਰਮਤਿ ਸਿਧਾਂਤ ਦ੍ਰਿੜ ਕਰਵਾਇਆ। ਪਰ ਜਦੋਂ ਸ਼ਹਿਰ ਵਾਸੀਆਂ ਨੂੰ ਮਸੰਦਾਂ ਦੀ ਇਸ ਕਰਤੂਤ ਦਾ ਪਤਾ ਲੱਗਾ ਕਿ ਗੁਰੂ ਜੀ ਆਏ ਤੇ ਇਹਨਾਂ ਨੇ ਕਿਵਾੜ ਬੰਦ ਕਰ ਦਿੱਤੇ ਤਾਂ ਉਹਨਾਂ ਨੂੰ ਬਹੁਤ ਦੁੱਖ ਹੋਇਆ। ਦਰਸ਼ਨ ਦੀ ਅਭਿਲਾਖੀ ਸੰਗਤ ਗੁਰੂ ਪਾਤਸ਼ਾਹ ਜੀ ਦੇ ਪਿੱਛੇ ਵੱਲਾ ਪਿੰਡ ਪੁੱਜ ਗਈ ਤੇ ਹੱਥ ਜੋੜ ਉਹਨਾਂ ਨੇ ਆਪਣੀਆਂ ਭੁੱਲਾਂ ਬਖਸ਼ਵਾਈਆਂ। ਵੱਲਾ ਪਿੰਡ ਪੁੱਜਣ ਵਾਲੀ ਸੰਗਤਾਂ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀਆਂ ਬੀਬੀਆਂ ਪੁੱਜੀਆਂ, ਜਿਨ੍ਹਾਂ ਨੂੰ ਗੁਰੂ ਪਿਤਾ ਜੀ ਨੇ ਵਡਿਆਈ ਦਿੰਦਿਆਂ ਫਰਮਾਇਆ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਭਾਵ ਸ਼ਰਧਾ ਭਗਤੀ ਵਿੱਚ ਭਿੱਜੀਆਂ ਇਹਨਾਂ ਮਾਈਆਂ ਨੂੰ ਪਰਮਾਤਮਾ ਨੇ ਤ੍ਰਿਪਤ ਕਰਕੇ ਰਜਾ ਕੇ ਸੰਤੁਸ਼ਟ ਕਰਕੇ ਰੱਖਿਆ ਹੈ। ਅਗਲੇ ਦਿਨ ਜਦੋਂ ਮਸੰਦ ਮੁਗਲ ਹਕੂਮਤ ਦੇ ਡਰ ਦਾ ਬਹਾਨਾ ਕਰ ਸ੍ਰੀ ਦਰਬਾਰ ਸਾਹਿਬ ਜੀ ਦੇ ਕਿਵਾੜ ਬੰਦ ਕਰਨ ਦੀ ਸਫਾਈ ਪੇਸ਼ ਕਰਨ ਗੁਰੂ ਪਾਤਸ਼ਾਹ ਜੀ ਦੇ ਅੱਗੇ ਪੁੱਜੇ ਤਾਂ ਗੁਰੂ ਜੀ ਨੇ ਉਹਨਾਂ ਦੀਆਂ ਗੱਲਾਂ ਸੁਣ ਫਰਮਾਇਆ, ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ। ਭਾਵ ਮਸੰਦੋ ਤੁਹਾਡੇ ਵਿੱਚ ਉੱਚਤਾ ਵਾਲੀ ਕੋਈ ਗੱਲ ਨਹੀਂ ਰਹੀ, ਤੁਸੀਂ ਈਰਖਾ ਦੀ ਅੱਗ ਵਿੱਚ ਸੜ ਰਹੇ ਹੋ। ਵੱਲਾ ਪਿੰਡ ਤੋਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਰਨਤਾਰਨ ਸਾਹਿਬ, ਫਿਰ ਖਡੂਰ ਸਾਹਿਬ ਤੇ ਉੱਥੋਂ ਸ੍ਰੀ ਗੋਇੰਦਵਾਲ ਸਾਹਿਬ ਜੀ ਨੂੰ ਚਲੇ ਗਏ। ਇੱਥੋਂ ਹੁੰਦੇ ਹੋਏ ਆਪ ਜੀ ਪਿੰਡ ਚੋਲਾ ਜੋ ਪੱਟੀ ਤੋਂ ਸਰਹਾਲੀ ਕਲਾ ਰਾਹੀਂ 12 ਕੁ ਮੀਲ ਦੀ ਵਾਟ ਤੇ ਹੈ ਪੁੱਜੇ। ਇਹ ਉਹ ਪਾਵਨ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਚੋਲਾ ਸਾਹਿਬ ਪਿਆ ਹੈ, ਜੋ ਉਹਨਾਂ ਨੇ ਆਪਣੇ ਮੱਕੇ ਦੀ ਫੇਰੀ ਸਮੇਂ ਪਹਿਨਿਆ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵਾਪਸ ਗੋਇੰਦਵਾਲ ਸਾਹਿਬ ਆ ਕੇ ਬਿਆਸ ਪਾਰ ਕਰਕੇ ਸੁਲਤਾਨਪੁਰ ਤੋਂ ਹੁੰਦੇ ਹੋਏ ਮਾਲਵਾ ਦੇਸ਼ ਜਾ ਵਿਚਰੇ। ਗੁਰੂ ਪਾਤਸ਼ਾਹ ਜੀ ਆਪਣੇ ਸਰਗੁਣ ਸਰੂਪ ਵਿੱਚ ਲਗਭਗ 3 ਵਾਰੀ ਮਾਲਵੇ ਦੇਸ਼ ਆਏ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਚਰਨਾਂ ਨਾਲ ਪਾਵਨ ਹੋਏ ਸਭ ਤੋਂ ਵੱਧ ਗੁਰੂ ਅਸਥਾਨ ਮਾਲਵੇ ਵਿੱਚ ਹੀ ਹਨ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਲੰਮਾ ਸਮਾਂ ਕਈ ਅਣਗਿਣਤ ਥਾਵਾਂ ਤੇ ਪ੍ਰਚਾਰਕ ਦੌਰੇ ਕੀਤੇ, ਜਿਨ੍ਹਾਂ ਵਿੱਚ ਕੁਰੂਕਸ਼ੇਤਰ, ਮਥੁਰਾ, ਆਗਰਾ, ਕਾਨਪੁਰ, ਬਨਾਰਸ, ਗਿਆ, ਅਲਾਹਾਬਾਦ, ਪ੍ਰਯਾਗ, ਕਾਸ਼ੀ, ਢਾਕਾ, ਅਸਾਮ, ਅਯੋਧਿਆ, ਕਲਕੱਤਾ ਆਦਿ ਥਾਵਾਂ ਵੀ ਸ਼ਾਮਲ ਹਨ। ਇਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ, ਗੋਬਿੰਦਪੁਰ ਅਤੇ ਤਮਤਾਨ ਤੋਂ ਕੀਰਤਪੁਰ ਸਾਹਿਬ ਪੁੱਜੇ। ਦੂਰ ਦ੍ਰਿਸ਼ਟੀ ਵਾਲੇ ਗੁਰੂ ਪਾਤਸ਼ਾਹ ਜੀ ਅੱਗੇ ਆਉਣ ਵਾਲੇ ਸਮੇਂ ਦੇ ਹਾਲਾਤਾਂ ਨੂੰ ਭਾਂਪਦੇ ਹੋਏ ਇੱਕ ਐਸੀ ਥਾਂ ਵਸਾਉਣਾ ਚਾਹੁੰਦੇ ਸਨ ਜੋ ਪਹਾੜੀਆਂ ਨਾਲ ਘਿਰੀ ਹੋਵੇ, ਕੁਦਰਤੀ ਨਜ਼ਾਰਿਆਂ ਨਾਲ ਰਮਣੀਕ ਹੋਵੇ, ਰਣਨੀਤੀ ਅਨੁਸਾਰ ਅਗੰਮ, ਅਡਿੱਗ ਤੇ ਅਜਿੱਤ ਹੋਵੇ। ਤੇ ਇਹ ਨਿਰਾਲੀ ਥਾਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਸ਼ਕਲ ਵਿੱਚ ਪੰਥ ਨੂੰ ਦਿੱਤੀ। ਮਈ 1665 ਈਸਵੀ ਵਿੱਚ ਕਹਿਲੂਰ ਰਿਆਸਤ ਦੇ ਰਾਜਾ ਦੀਪ ਚੰਦ ਦੀ ਮੌਤ ਹੋ ਗਈ। ਰਾਜਾ ਦੀਪ ਚੰਦ ਦਾ ਪਰਿਵਾਰ ਗੁਰੂ ਘਰ ਨੂੰ ਬਹੁਤ ਸਤਿਕਾਰਦਾ ਸੀ, ਕਿਉਂਕਿ ਰਾਜਾ ਦੀਪ ਚੰਦ ਦਾ ਪਿਤਾ ਰਾਜਾ ਤਾਰਾ ਚੰਦ ਉਹਨਾਂ 52 ਰਾਜਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਾ ਕੇ ਲਿਆਏ ਸਨ। ਜਿਸ ਕਰਕੇ ਰਾਜਾ ਦੀਪ ਚੰਦ ਦੀ ਰਾਣੀ ਨੇ ਆਪਣੇ ਪਤੀ ਦੀ ਅੰਤਮ ਰਸਮਾਂ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਉਚੇਚਾ ਸੁਨੇਹਾ ਭੇਜਿਆ ਸੀ। ਅੰਤਮ ਰਸਮਾਂ ਪੂਰੀਆਂ ਹੋਣ ਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਰਾਣੀ ਨਾਲ ਮਾਖੋਵਾਲ ਪਿੰਡ ਖਰੀਦਣ ਦੀ ਗੱਲ ਕੀਤੀ। ਰਾਣੀ ਨੇ ਇਹ ਪਿੰਡ ਗੁਰੂ ਜੀ ਨੂੰ ਭੇਟ ਕਰਨਾ ਚਾਹਿਆ, ਪਰ ਗੁਰੂ ਪਾਤਸ਼ਾਹ ਜੀ ਨੇ ਮੁੱਲ ਤਾਰੇ ਬਿਨਾਂ ਜ਼ਮੀਨ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ 500 ਰੁਪਏ ਦੇ ਕੇ ਮਾਖੋਵਾਲ ਪਿੰਡ ਖਰੀਦ ਲਿਆ। ਮਾਖੋਵਾਲ ਪਿੰਡ ਲਈ ਇਹ ਪ੍ਰਚਲਿਤ ਸੀ ਕਿ ਇੱਥੇ ਇੱਕ ਮਾਖੋ ਨਾਂ ਦਾ ਦੈਂਤ ਕਿਸੇ ਨੂੰ ਵੀ ਵਸਣ ਨਹੀਂ ਦਿੰਦਾ ਸੀ, ਪਰ ਹੁਣ ਜਦ ਗੁਰੂ ਜੀ ਦੇ ਚਰਨ ਪੈ ਗਏ ਤਾਂ ਉਹੀ ਮਾਖੋਵਾਲ ਧਰਮ ਦਾ ਗੜ ਬਣ ਪਹਿਲਾਂ ਚੱਕ ਨਾਨਕੀ ਤੇ ਫਿਰ ਅਨੰਦਪੁਰ ਹੋ ਗਿਆ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਔਰੰਗਜ਼ੇਬ ਦੇ ਵਿਚਾਰਾਂ ਤੋਂ ਭਲੀ ਭਾਂਤ ਜਾਣੂ ਸਨ। ਆਪ ਜੀ ਨੂੰ ਇਸ ਗੱਲ ਦਾ ਇਲਮ ਸੀ ਕਿ ਕਿਵੇਂ ਉਹਨਾਂ ਦੇ ਗੁਰੂ ਪਿਤਾ ਜੀ ਨੇ ਜ਼ੁਲਮ ਦੇ ਟਾਕਰੇ ਲਈ ਪੀਰੀ ਦੇ ਨਾਲ ਮੀਰੀ ਦਾ ਸੁਮੇਲ ਕੀਤਾ ਤੇ ਹੱਕ ਸੱਚ ਲਈ 4 ਜੰਗਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਲੜੀਆਂ। ਅੰਤਰਜਾਮੀ ਗੁਰੂ ਜੀ ਨੂੰ ਅੱਗੇ ਆਉਣ ਵਾਲੀਆਂ ਜੰਗਾਂ ਲਈ ਮਾਖੋਵਾਲ ਵਰਗੀ ਥਾਂ ਢੁਕਵੀਂ ਲੱਗੀ, ਕਿਉਂਕਿ ਮਾਖੋਵਾਲ ਇੱਕ ਪਹਾੜੀ ਇਲਾਕੇ ਵਿੱਚ ਹੋਣ ਕਾਰਨ ਇੱਕ ਕੁਦਰਤੀ ਕਿਲਾ ਸੀ। ਇੱਕ ਪਾਸੇ ਸਤਲੁਜ ਦਰਿਆ, ਦੂਜੇ ਪਾਸੇ ਸਰਸਾ ਨਦੀ ਅਤੇ ਰਹਿੰਦੇ ਪਾਸੇ ਪਹਾੜ ਅਤੇ ਜੰਗਲ। ਇਸ ਨਵੇਂ ਨਗਰ ਦੀ ਨੀਂਹ ਗੁਰੂ ਪਾਤਸ਼ਾਹ ਜੀ ਨੇ 1665 ਈਸਵੀ ਵਿੱਚ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਰਖਵਾਈ।
ਉਸ ਵੇਲੇ ਇਸ ਪਾਵਨ ਨਗਰ ਦਾ ਨਾਂ ਆਪ ਜੀ ਨੇ ਆਪਣੀ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਂ ਤੇ ਚੱਕ ਨਾਨਕੀ ਰੱਖਿਆ। ਬਾਅਦ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸ੍ਰੀ ਪਟਨਾ ਸਾਹਿਬ ਤੋਂ ਚੱਕ ਨਾਨਕੀ ਆਏ ਤਾਂ ਉਹਨਾਂ ਨੇ ਸ਼ਹਿਰ ਵਿੱਚ ਚਰਨ ਪਾਉਣ ਤੋਂ ਪਹਿਲਾਂ ਸੰਗਤਾਂ ਸਮੇਤ ਸ੍ਰੀ ਅਨੰਦ ਸਾਹਿਬ ਜੀ ਦੀਆਂ ਪਹਿਲੀਆਂ 5 ਪੌੜੀਆਂ ਦਾ ਪਾਠ ਕੀਤਾ। ਆਪਣੇ ਸਾਹਿਬਜ਼ਾਦੇ ਦੀ ਸ਼ਰਧਾ ਅਤੇ ਪਿਆਰ ਵੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਫਰਮਾਇਆ ਕਿ ਅੱਜ ਤੋਂ ਇਸ ਨਗਰ ਦਾ ਨਾਂ ਹੀ ਅਨੰਦਪੁਰ ਹੋਇਆ। ਸ੍ਰੀ ਅਨੰਦਪੁਰ ਸਾਹਿਬ ਜੀ ਦਾ ਨਕਸ਼ਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪ ਬਣਾਇਆ, ਜਿਸ ਵਿੱਚ ਆਪ ਜੀ ਨੇ ਆਉਣ ਵਾਲੀਆਂ ਜੰਗਾਂ ਦਾ ਖਿਆਲ ਰੱਖਦੇ ਹੋਏ ਸੰਗਤਾਂ ਦੇ ਰਹਿਣ ਦੇ ਮਕਾਨ, ਬਾਜ਼ਾਰਾਂ ਆਦਿ ਦਾ ਵੀ ਖਾਸ ਖਿਆਲ ਰੱਖਿਆ ਤਾਂ ਜੋ ਦੁਸ਼ਮਣ ਲਈ ਇਹ ਨਗਰ ਜਿੱਤਣਾ ਸੌਖਾ ਨਾ ਹੋਵੇ। ਇਹ ਉਹ ਸਮਾਂ ਸੀ ਜਦੋਂ ਔਰੰਗਜ਼ੇਬ ਨੇ ਹਿੰਦੂਆਂ ਉੱਤੇ ਸਖਤੀ ਆਰੰਭ ਕਰ ਦਿੱਤੀ ਸੀ। ਤਖਤ ਤੇ ਬੈਠ ਕੇ ਸਭ ਤੋਂ ਪਹਿਲਾਂ ਔਰੰਗਜ਼ੇਬ ਨੇ ਆਪਣੇ ਪਰਿਵਾਰ ਤੇ ਕਹਿਰ ਢਾਇਆ। ਉਸ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਵਿੱਚ ਪਾਇਆ। ਇੱਕ ਹਕੀਮ ਮੁਕਰਮ ਖਾਨ ਦੇ ਹੱਥੀਂ ਦਵਾਈ ਦੀ ਥਾਂ ਆਪਣੇ ਪਿਤਾ ਨੂੰ ਜ਼ਹਿਰ ਦੇਣਾ ਚਾਹਿਆ, ਪਰ ਹਕੀਮ ਸਾਹਿਬ ਦੇ ਜ਼ਮੀਰ ਨੇ ਗਵਾਰਾ ਨਾ ਕੀਤਾ ਤੇ ਉਹਨਾਂ ਨੇ ਉਹ ਜ਼ਹਿਰ ਆਪ ਹੀ ਪੀ ਲਿਆ। ਤਖਤ ਹਥਿਆਉਣ ਵਿੱਚ ਔਰੰਗਜ਼ੇਬ ਦਾ ਸਾਥ ਦੇਣ ਵਾਲੀ ਉਸ ਦੀ ਭੈਣ ਰੋਸ਼ਨਾਰਾ ਨੂੰ ਉਸ ਨੇ ਹਲਕਾ ਹਲਕਾ ਜ਼ਹਿਰ ਦੇ ਕੇ ਮਾਰ ਦਿੱਤਾ। ਆਪਣੇ ਭਰਾਵਾਂ ਨੂੰ ਉਸ ਨੇ ਵਾਰੀ-ਵਾਰੀ ਖਤਮ ਕਰ ਦਿੱਤਾ। ਪਹਿਲਾਂ ਦਾਰਾ ਸ਼ਿਕੋ ਨੂੰ ਮਾਰਿਆ, ਫਿਰ ਮੁਰਾਦ ਨੂੰ ਧੋਖੇ ਨਾਲ ਸ਼ਰਾਬ ਪਿਲਾ ਕਿਲੇ ਦੀ ਦੀਵਾਰ ਤੋਂ ਬਾਹਰ ਸੁਟਵਾ ਦਿੱਤਾ ਤੇ ਸ਼ੁਜਾਹ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਆਪਣੇ ਵੱਡੇ ਪੁੱਤਰ ਸ਼ਹਿਜ਼ਾਦਾ ਸੁਲਤਾਨ ਮੁਹੰਮਦ ਨੂੰ 36 ਸਾਲ ਦੀ ਉਮਰ ਵਿੱਚ ਹੀ ਔਰੰਗਜ਼ੇਬ ਨੇ ਇਸ ਲਈ ਜ਼ਹਿਰ ਦੇ ਦਿੱਤਾ ਤਾਂ ਜੋ ਕਿ ਉਹ ਰਾਜ ਦਾ ਦਾਅਵਾ ਨਾ ਕਰ ਸਕੇ। ਸ਼ਹਿਜ਼ਾਦੇ ਅਕਬਰ ਨੂੰ ਹਿੰਦੁਸਤਾਨ ਛੱਡਣ ਲਈ ਮਜਬੂਰ ਕਰ ਦਿੱਤਾ। ਸ਼ਹਿਜ਼ਾਦਾ ਮੁਅੱਜ਼ਮ ਜੋ ਪਿੱਛੋਂ ਬਹਾਦਰ ਸ਼ਾਹ ਬਣਿਆ, ਉਸ ਨੂੰ 7 ਸਾਲ ਪਰਿਵਾਰ ਸਮੇਤ ਬੰਦੀ ਬਣਾ ਕੇ ਰੱਖਿਆ। ਔਰੰਗਜ਼ੇਬ ਦੇ ਜ਼ੁਲਮਾਂ ਦੀ ਇੰਤਹਾ ਤਾਂ ਉਸ ਵੇਲੇ ਹੋ ਗਈ ਜਦੋਂ ਉਸ ਨੇ ਆਪਣੀ ਜ਼ਹੀਨ ਤੇ ਸਿਆਣੀ ਸ਼ਾਇਰਾ ਧੀ ਜ਼ੇਬੁਲ ਨਿਸਾ ਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ। ਹਿੰਦੂ ਔਰੰਗਜ਼ੇਬ ਦੇ ਡਰ ਕਾਰਨ ਹਿੰਦੀ ਭਾਸ਼ਾ ਤਿਆਗ ਚੁੱਕੇ ਸਨ ਤੇ ਮੁਸਲਮਾਨਾਂ ਦੀ ਬੋਲੀ ਨੂੰ ਅਪਣਾ ਚੁੱਕੇ ਸਨ। ਪਰ ਇਹ ਸਿਰਫ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਹੀ ਹਿੰਮਤ ਸੀ ਜੋ ਆਪ ਜੀ ਨੇ 59 ਸ਼ਬਦ ਤੇ 57 ਸਲੋਕ ਹਿੰਦੀ ਬੋਲੀ ਵਿੱਚ ਉਚਾਰਨ ਕੀਤੇ। ਔਰੰਗਜ਼ੇਬ ਨੇ ਗੈਰ ਮੁਸਲਮਾਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣ ਲਈ ਕਸ਼ਮੀਰ ਤੋਂ ਸ਼ੁਰੂਆਤ ਕੀਤੀ, ਕਿਉਂਕਿ ਉਹਦਾ ਇਹ ਮਕਸਦ ਸੀ ਕਿ ਐਸੀ ਥਾਂ ਤੋਂ ਸ਼ੁਰੂਆਤ ਕੀਤੀ ਜਾਏ ਜਿਸ ਦੇ ਕਾਬੂ ਆਉਣ ਨਾਲ ਬਾਕੀ ਆਪੇ ਹੀ ਖਿੱਚੇ ਆਉਣ ਅਤੇ ਇਸਲਾਮ ਕਬੂਲ ਕਰ ਲੈਣ। ਕਸ਼ਮੀਰੀ ਪੰਡਤ ਵਿਦਵਾਨ ਕਰਕੇ ਪ੍ਰਸਿੱਧ ਸਨ, ਜਿਸ ਕਰਕੇ ਉਸ ਨੇ ਸੋਚਿਆ ਕਿ ਜੇ ਕਸ਼ਮੀਰੀ ਪੰਡਤ ਇਸਲਾਮ ਧਾਰਨ ਕਰ ਲੈਣ ਤਾਂ ਬਾਕੀ ਅਨਪੜ੍ਹ ਤੇ ਮੂੜ ਜਨਤਾ ਨੂੰ ਇਸਲਾਮ ਵਿੱਚ ਲਿਆਉਣਾ ਆਸਾਨ ਹੋ ਜਾਏਗਾ। ਹਿੰਦੂਆਂ ਦੇ ਧਰਮ ਅਸਥਾਨਾਂ ਨੂੰ ਛੇੜਨ ਤੋਂ ਪਹਿਲਾਂ ਔਰੰਗਜ਼ੇਬ ਨੇ ਹਿੰਦੂਆਂ ਲਈ ਆਰਥਿਕ ਔਕੜਾਂ ਪੈਦਾ ਕੀਤੀਆਂ। 1665 ਈਸਵੀ ਵਿੱਚ ਹਿੰਦੂਆਂ ਦੀ ਚੁੰਗੀ ਦੂਣੀ ਤੇ ਮੁਸਲਮਾਨਾਂ ਦੀ ਅੱਧੀ ਕਰ ਦਿੱਤੀ ਤੇ 1667 ਈਸਵੀ ਵਿੱਚ ਮੁਸਲਮਾਨ ਵਪਾਰੀਆਂ ਲਈ ਚੁੰਗੀ ਬਿਲਕੁਲ ਹੀ ਹਟਾ ਦਿੱਤੀ ਗਈ। ਕਈ ਮਹਿਕਮਿਆਂ ਵਿੱਚ ਜ਼ਿਆਦਾਤਰ ਹਿੰਦੂ ਕੰਮ ਕਰਦੇ ਸਨ। ਉੱਥੇ ਔਰੰਗਜ਼ੇਬ ਨੇ ਹੁਕਮ ਜਾਰੀ ਕਰ ਦਿੱਤਾ ਕਿ ਉਹ ਥਾਵਾਂ ਮੁਸਲਮਾਨਾਂ ਲਈ ਰਖਵੀਆਂ ਕਰ ਦਿੱਤੀਆਂ ਜਾਣ ਅਤੇ ਇਹ ਵੀ ਐਲਾਨ ਕਰ ਦਿੱਤਾ ਕਿ ਜੋ ਹਿੰਦੂ ਮੁਸਲਮਾਨ ਬਣੇਗਾ ਉਸੇ ਨੂੰ ਹੀ ਸਰਕਾਰੀ ਮਹਿਕਮਿਆਂ ਵਿੱਚ ਕੰਮ ਮਿਲੇਗਾ। ਔਰੰਗਜ਼ੇਬ ਨੇ ਗੈਰ ਮੁਸਲਮਾਨਾਂ ਉੱਪਰ ਅਤ ਦਾ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ, ਜਿਵੇਂ ਕੋਈ ਘੋੜੇ ਤੇ ਸਵਾਰ ਨਹੀਂ ਹੋ ਸਕਦਾ, ਦਾੜੀ ਨਹੀਂ ਰੱਖ ਸਕਦਾ, ਕੋਈ ਪੱਗ ਨਹੀਂ ਬਣ ਸਕਦਾ। ਗੈਰ ਮੁਸਲਮਾਨਾਂ ਦੀ ਧਾਰਮਿਕ ਅਸਥਾਨਾਂ ਤੇ ਪੂਜਾ ਕਰਨ ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਜੋੜ ਮੇਲਿਆਂ ਤੇ ਪਾਬੰਦੀ ਲੱਗ ਗਈ। ਗੈਰ ਮੁਸਲਮਾਨਾਂ ਨੂੰ 6 ਮਹੀਨੇ ਤੋਂ ਵੱਧ ਅਨਾਜ ਜਾਂ ਬਸਤਰ ਘਰ ਵਿੱਚ ਇਕੱਤਰ ਕਰਨ ਤੇ ਪਾਬੰਦੀ ਲਾ ਦਿੱਤੀ। ਬਹੁਤ ਸਾਰੇ ਹਿੰਦੂ ਮੰਦਰ ਢਾਏ, ਬੁੱਤਾਂ ਨੂੰ ਤੋੜ ਕੇ ਮਸੀਤਾਂ ਦੇ ਬਾਹਰ ਪਾਏਦਾਨ ਬਣਾ ਕੇ ਰੱਖ ਦਿੱਤਾ ਜਾਂਦਾ। ਹਿੰਦੂਆਂ ਨੂੰ ਕਤਲ ਕਰ ਉਹਨਾਂ ਦੇ ਖੂਨ ਨਾਲ ਬੁੱਤਾਂ ਦਾ ਇਸ਼ਨਾਨ ਕਰਵਾਇਆ ਜਾਂਦਾ। ਜਿਸ ਤੋਂ ਬਾਅਦ 1671 ਈਸਵੀ ਤੋਂ ਕਸ਼ਮੀਰ ਦੇ ਗਵਰਨਰ ਇਫਤਖਾਰ ਖਾਨ ਨੇ ਔਰੰਗਜ਼ੇਬ ਦੇ ਕਹਿਣ ਤੇ ਕਸ਼ਮੀਰੀ ਪੰਡਤਾਂ ਉੱਤੇ ਇਸਲਾਮ ਕਬੂਲਣ ਲਈ ਤਸ਼ੱਦਦ ਕਰਨੇ ਆਰੰਭ ਕਰ ਦਿੱਤੇ। ਜਦੋਂ ਇਫਤਖਾਰ ਖਾਨ ਨੇ ਕਸ਼ਮੀਰ ਵਿੱਚ ਜ਼ੁਲਮਾਂ ਦੀ ਅੱਤ ਕਰ ਦਿੱਤੀ ਤਾਂ ਇੱਕ ਵਿਦਵਾਨ ਪੰਡਤ ਕਿਰਪਾ ਰਾਮ 16 ਬ੍ਰਾਹਮਣਾਂ ਨੂੰ ਆਪਣੇ ਨਾਲ ਲੈ ਕੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ 9ਵੀਂ ਜੋਤ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪਾਸ ਜ਼ੁਲਮ ਦੀ ਇਸ ਹਨੇਰੀ ਨੂੰ ਰੋਕਣ ਲਈ ਫਰਿਆਦ ਕਰਨ ਪੁੱਜੇ।
ਉਸ ਵੇਲੇ ਐਸੇ ਕਿੰਨੇ ਤਿਆਗੀ, ਸੰਨਿਆਸੀ ਤੇ ਉਦਾਸੀ ਹੋਣਗੇ ਜਿਨ੍ਹਾਂ ਨੇ ਪ੍ਰਭੂ ਭਗਤੀ ਲਈ ਘਰ ਪਰਿਵਾਰ ਛੱਡਿਆ ਤੇ ਜੰਗਲਾਂ ਵਿੱਚ ਚਲੇ ਗਏ, ਪਰ ਕਿਸੇ ਨੇ ਵੀ ਦੁਖੀਆਂ ਦੀ ਪੁਕਾਰ ਸੁਣ ਕੇ ਇਹ ਨਹੀਂ ਕਿਹਾ ਕਿ ਅਸੀਂ ਆਪਣਾ ਤਨ ਤਿਆਗਣ ਲਈ ਤਿਆਰ ਹਾਂ। ਜਦੋਂ ਕਸ਼ਮੀਰੀ ਪੰਡਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਪੁੱਜ ਕੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਆਪਣੇ ਦੁੱਖ ਦਰਦ ਦੀ ਵਿਥਿਆ ਸੁਣਾਈ ਅਤੇ ਆਪਣੀ ਸੁਰੱਖਿਆ ਲਈ ਅਰਜ਼ੋਈ ਕੀਤੀ, ਤਾਂ ਗੁਰੂ ਪਿਤਾ ਜੀ ਇਹ ਜਾਣਦੇ ਸਨ ਕਿ ਕਮਜ਼ੋਰ ਅਤੇ ਸਹਿਮੇ ਲੋਕ ਸਿਰਫ ਗੱਲਾਂ ਸੁਣ ਕੇ ਬਹਾਦਰ ਨਹੀਂ ਬਣਨਗੇ। ਇਹਨਾਂ ਦਾ ਭੈ ਦੂਰ ਕਰਨ ਅਤੇ ਨਿਡਰ ਬਣਾਉਣ ਲਈ ਨਿਰਭਉ ਅਤੇ ਮਹਾਨ ਅਗਵਾਈ ਦੀ ਲੋੜ ਹੈ। ਜਿਸ ਤੋਂ ਬਾਅਦ ਉਹਨਾਂ ਦੀ ਫਰਿਆਦ ਸੁਣ ਕੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਜ਼ੁਲਮ ਦੇ ਹੜ੍ਹ ਨੂੰ ਰੋਕਣ ਲਈ ਕਿਸੇ ਮਹਾਨ ਪੁਰਖ ਦੀ ਕੁਰਬਾਨੀ ਦੀ ਲੋੜ ਹੈ। ਜਦ ਇਸ ਗੱਲ ਦਾ ਪਤਾ 9 ਵਰ੍ਹਿਆਂ ਦੇ ਬਾਲਕ ਗੋਬਿੰਦ ਰਾਏ ਜੀ ਨੂੰ ਲੱਗਾ ਤਾਂ ਉਹ ਬੜੇ ਸਵੈ ਵਿਸ਼ਵਾਸ ਤੇ ਨਿਡਰਤਾ ਨਾਲ ਗੁਰੂ ਪਿਤਾ ਜੀ ਨੂੰ ਕਹਿਣ ਲੱਗੇ ਕਿ ਪਿਤਾ ਜੀ, ਆਪ ਜੀ ਨਾਲੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ, ਤੁਸੀਂ ਹੀ ਹਿੰਦੂ ਧਰਮ ਨੂੰ ਬਚਾਓ। ਇਹ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਇਹ ਯਕੀਨ ਹੋ ਗਿਆ ਕਿ ਹੁਣ ਬਾਲਕ ਗੋਬਿੰਦ ਰਾਏ ਜੀ ਗੁਰਗੱਦੀ ਸੰਭਾਲਣ ਦੇ ਯੋਗ ਹੋ ਗਏ ਹਨ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਇਹ ਦਿਲਾਸਾ ਦੇ ਕੇ ਆਖਿਆ ਕਿ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਕਿ ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਉਹ ਸਾਰੇ ਵੀ ਮੁਸਲਮਾਨ ਬਣ ਜਾਣਗੇ। ਗੁਰੂ ਪਾਤਸ਼ਾਹ ਜੀ ਦਾ ਇਹ ਸੰਦੇਸ਼ ਦਿੱਲੀ ਵਿਖੇ ਪੁੱਜਿਆ, ਜਿਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਦਿੱਲੀ ਤੋਂ ਬੁਲਾਵਾ ਆ ਗਿਆ। 1675 ਈਸਵੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ 9 ਵਰ੍ਹਿਆਂ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਸੌਂਪ ਕੇ ਦੀਵਾਨ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਜੈਤਾ ਜੀ, ਭਾਈ ਉਦੈ ਜੀ ਆਦਿ ਸਿੱਖਾਂ ਨੂੰ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ। ਛੋਟੇ ਛੋਟੇ ਪੜਾਅ ਕਰਦੇ ਹੋਏ ਅਤੇ ਡਰੀ ਸਹਿਮੀ ਜਨਤਾ ਵਿੱਚ ਜਾਗਰਤੀ ਲਿਆਉਂਦੇ ਹੋਏ, ਲੋਕਾਂ ਅੰਦਰ ਸਵੈ ਵਿਸ਼ਵਾਸ ਜਗਾਉਂਦੇ ਹੋਏ, ਹਿੰਮਤ, ਦਲੇਰੀ ਤੇ ਦ੍ਰਿੜਤਾ ਦਾ ਪਾਠ ਪੜਾਉਂਦੇ ਹੋਏ, ਜ਼ੁਲਮ ਦਾ ਟਾਕਰਾ ਕਰਨ ਦਾ ਹੌਸਲਾ ਪੈਦਾ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਨੇ ਸਮਸਤ ਜਗਤ ਨੂੰ ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ ਦਾ ਸਿਧਾਂਤ ਦਿੱਤਾ। ਜਿਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਗਰਾ ਪੁੱਜੇ ਤੇ ਉੱਥੋਂ ਹੀ ਗੁਰੂ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਤੇ ਸਖਤ ਪਹਿਰੇ ਵਿੱਚ ਪਾ ਦਿੱਤਾ ਗਿਆ। ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਤਰ੍ਹਾਂ ਦੀ ਦਲੀਲਬਾਜ਼ੀ ਕੀਤੀ, ਪਰ ਉਹ ਨਾਕਾਮ ਹੀ ਰਿਹਾ। ਸਤਿਗੁਰ ਪਾਤਸ਼ਾਹ ਜੀ ਨੂੰ ਡਰਾਵੇ ਦੇਣ ਲਈ ਡਰਾਉਣੀ ਹਵੇਲੀ ਵਿੱਚ ਰੱਖਿਆ ਗਿਆ। ਬੜੇ ਤਿੱਖੇ ਸੂਹੇ ਵਾਲੇ ਇੱਕ ਪਿੰਜਰੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੂੰ ਕੈਦ ਕਰ ਦਿੱਤਾ ਗਿਆ, ਜਿਹਦੇ ਵਿੱਚ ਨਾ ਤਾਂ ਗੁਰੂ ਪਿਤਾ ਜੀ ਸੌਂ ਸਕਦੇ ਸਨ, ਨਾ ਬੈਠ ਸਕਦੇ ਸਨ ਤੇ ਨਾ ਹੀ ਹਿਲ ਸਕਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਐਸੇ ਪਿੰਜਰੇ ਵਿੱਚ ਕੈਦ ਕਰਨ ਦਾ ਇਹ ਮਕਸਦ ਸੀ ਕਿ ਕਿਤੇ ਗੁਰੂ ਪਿਤਾ ਜੀ ਕੈਦ ਵਿੱਚੋਂ ਨੱਠ ਨਾ ਜਾਣ। ਪਰ ਇਹ ਜ਼ਾਲਮ ਹਾਕਮ ਇਹ ਨਹੀਂ ਸਨ ਜਾਣਦੇ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤਾਂ ਧਰਮ ਦੀ ਚਾਦਰ ਬਣ ਧਰਮ ਦੀ ਆਜ਼ਾਦੀ ਦੀ ਰੱਖਿਆ ਲਈ ਆਪ ਇਹਨਾਂ ਕਾਤਲਾਂ ਪਾਸ ਪੁੱਜੇ ਸਨ। ਜਦੋਂ ਇਹਨਾਂ ਜ਼ਾਲਮਾਂ ਦਾ ਗੁਰੂ ਪਾਤਸ਼ਾਹ ਜੀ ਅੱਗੇ ਕੋਈ ਜ਼ੋਰ ਨਾ ਚੱਲਿਆ ਤੇ ਇਹਨਾਂ ਨੇ ਗੁਰੂ ਜੀ ਦੀਆਂ ਅੱਖਾਂ ਸਾਹਮਣੇ ਗੁਰੂ ਜੀ ਨੂੰ ਡਰਾਉਣ ਲਈ ਆਪ ਜੀ ਦੇ 3 ਪਿਆਰੇ ਸਿੰਘਾਂ ਨੂੰ ਬੜੀ ਹੀ ਬੇਰਹਿਮੀ ਨਾਲ ਸ਼ਹੀਦ ਕੀਤਾ। ਗੁਰੂ ਘਰ ਦੇ ਦੀਵਾਨ ਭਾਈ ਮਤੀ ਦਾਸ ਜੀ ਨੂੰ 2 ਫੱਟਿਆਂ ਵਿੱਚ ਬੰਨ੍ਹ ਕੇ ਲੱਕੜ ਦੀ ਤਰ੍ਹਾਂ ਆਰੇ ਨਾਲ 2 ਹਿੱਸਿਆਂ ਵਿੱਚ ਚੀਰਿਆ ਗਿਆ। ਦਰਬਾਰੀ ਲੇਖਕ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਗਈ ਅਤੇ ਦਰਬਾਰੀ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾ ਦਿੱਤਾ ਗਿਆ। ਜਦੋਂ ਆਪਣੇ ਤਿੰਨੋਂ ਪਿਆਰੇ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਵੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਅਕੀਦੇ ਦੇ ਪੱਕੇ ਰਹੇ ਤਾਂ ਜ਼ਾਲਮਾਂ ਨੇ ਗੁਰੂ ਜੀ ਅੱਗੇ 3 ਸ਼ਰਤਾਂ ਰੱਖੀਆਂ। ਪਹਿਲਾ ਇਸਲਾਮ ਕਬੂਲ ਕਰੋ, ਦੂਜਾ ਕਰਾਮਾਤ ਵਿਖਾਓ ਜਾਂ ਮੌਤ ਕਬੂਲ ਕਰੋ। ਜਿਸ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ, ਜਿਵੇਂ ਤੁਹਾਨੂੰ ਤੁਹਾਡਾ ਦੀਨ ਪਿਆਰਾ ਹੈ ਉਵੇਂ ਸਾਨੂੰ ਸਾਡਾ ਦੀਨ ਪਿਆਰਾ ਹੈ। ਦੂਜਾ, ਕਰਾਮਾਤ ਕਹਿਰ ਦਾ ਨਾਂ ਹੈ। ਕਰਾਮਾਤ ਮਾਲਕ ਦੀ ਬਖਸ਼ਿਸ਼ ਹੈ, ਪਰ ਆਪਣੇ ਬਚਾਅ ਲਈ ਜਾਂ ਪ੍ਰਸਿੱਧੀ ਲਈ ਜਾਂ ਆਪਣੀ ਪੂਜਾ ਕਰਾਉਣ ਲਈ ਇਹਦੇ ਵਰਗਾ ਕਹਿਰ ਕੋਈ ਨਹੀਂ। ਰਹੀ ਗੱਲ ਮੌਤ ਦੀ ਤੇ ਇਸ ਲਈ ਅਸੀਂ ਤਿਆਰ ਹਾਂ। ਗੁਰੂ ਪਾਤਸ਼ਾਹ ਜੀ ਦੀ ਇਹ ਗੱਲ ਸੁਣ ਕੇ ਕਾਜ਼ੀ ਨੇ ਗੁਰੂ ਜੀ ਨੂੰ ਕਤਲ ਕੀਤੇ ਜਾਣ ਦਾ ਫਰਮਾਨ ਜਾਰੀ ਕਰ ਦਿੱਤਾ।
ਔਰੰਗਜ਼ੇਬ ਦਾ ਇਹ ਹੁਕਮ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਤੇ ਧੜ ਦਿੱਲੀ ਦੇ ਦਰਵਾਜ਼ਿਆਂ ਤੇ ਟੰਗਿਆ ਜਾਵੇ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲੇਗੀ ਤੇ ਕੋਈ ਗੈਰ ਮੁਸਲਮਾਨ ਦਾ ਪੱਖ ਨਹੀਂ ਕਰੇਗਾ। ਆਖਰ 11 ਨਵੰਬਰ 1675 ਈਸਵੀ ਨੂੰ ਗੁਰੂ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਦਿਨ ਮੁਕਰਰ ਕੀਤਾ ਗਿਆ। ਕਾਜ਼ੀ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਕਿ ਫਤਵਾ ਸੁਣਾਉਣਾ ਮੇਰਾ ਪਿਤਾ ਪੁਰਖੀ ਕੰਮ ਹੈ, ਤੁਸੀਂ ਇਹ ਨਾ ਸੋਚਣਾ ਕਿ ਮੇਰੀ ਜ਼ੁਬਾਨ ਕੰਬੇਗੀ। ਇਸ ਤੋਂ ਬਾਅਦ ਜੱਲਾਦ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਕਿ ਧੜ ਨਾਲੋਂ ਸੀਸ ਵੱਖਰਾ ਕਰਨਾ ਮੇਰਾ ਪਿਤਾ ਪੁਰਖੀ ਕੰਮ ਹੈ, ਤੁਸੀਂ ਇਹ ਨਾ ਸੋਚਣਾ ਕਿ ਇਹ ਕਰਦਿਆਂ ਮੇਰਾ ਹੱਥ ਕੰਬੇਗਾ। ਇਹਨਾਂ ਗੱਲਾਂ ਨੂੰ ਸੁਣ ਸਾਰੀ ਉਮਰ ਗੰਭੀਰ ਰਹਿਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਮੁਸਕਰਾ ਕੇ ਕਿਹਾ ਕਿ ਫੇਰ ਤਾਂ ਬੜਾ ਮਜ਼ਾ ਆਏਗਾ ਕਿ ਇੱਕ ਪਾਸੇ ਪਿਤਾ ਪੁਰਖੀ ਫਤਵੇ ਸੁਣਾਉਣ ਵਾਲਾ ਕਾਜ਼ੀ ਤੇ ਦੂਜੇ ਪਾਸੇ ਪਿਤਾ ਪੁਰਖੀ ਸਿਰ ਕਲਮ ਕਰਨ ਵਾਲਾ ਜੱਲਾਦ, ਤੇ ਮੈਨੂੰ ਵੀ ਤਾਂ ਪਿਤਾ ਪੁਰਖੀ ਸ਼ਹਾਦਤ ਦਾ ਵਿਰਸਾ ਮਿਲਿਆ ਹੈ। ਮੇਰੇ ਦਾਦਾ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਹੋਏ ਹਨ, ਜਿਨ੍ਹਾਂ ਨੇ ਸਾਈਂ ਮੀਆਂ ਮੀਰ ਜੀ ਨੂੰ ਆਪਣੀ ਸ਼ਹਾਦਤ ਵੇਲੇ ਕਿਹਾ ਸੀ ਕਿ ਅਸੀਂ ਬੀਜ ਮਾਤਰ ਸ਼ਹਾਦਤ ਦੇਣ ਲੱਗੇ ਹਾਂ। ਅੱਜ ਅਸੀਂ ਜੋ ਸ਼ਹਾਦਤ ਦਾ ਬੀਜ ਲਾਹੌਰ ਦੀ ਧਰਤੀ ਤੇ ਬੀਜਿਆ ਹੈ, ਇਹਦੀ ਟਾਹਣੀਆਂ ਦਿੱਲੀ ਦੇ ਚਾਂਦਨੀ ਚੌਕ ਤੱਕ ਜਾਣਗੀਆਂ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿਹਾ ਕਿ ਤੁਸੀਂ ਇਸ ਲਿਸ਼ਕਦੀ ਤੇਗ ਤੋਂ ਮੈਨੂੰ ਡਰਾ ਨਹੀਂ ਸਕਦੇ। ਜਿਸ ਨੂੰ ਲਕਬ ਹੀ ਤੇਗ ਬਹਾਦਰੀ ਦਾ ਹੈ, ਉਸ ਨੂੰ ਤੁਹਾਡੀ ਤੇਗ ਕਦੇ ਵੀ ਨਹੀਂ ਡਰਾ ਸਕਦੀ। ਆਪ ਜੀ ਨੇ ਚਾਂਦਨੀ ਚੌਕ ਵਿੱਚ ਫਰਮਾਇਆ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ। ਮੈਨੂੰ ਲਕਬ ਹੀ ਤੇਗ ਬਹਾਦਰੀ ਦਾ, ਮੇਰੇ ਸਾਹਵੇ ਨਹੀਂ ਸਕਦੀਆਂ ਹੋ ਤੇਗਾਂ। ਮੈਂ ਤੇ ਜੰਮਦਿਆਂ ਹੀ ਤੇਗਾਂ ਦੀ ਛਾਂ ਮਾਣੀ, ਵੇਖ ਪਿਤਾ ਦੀ ਪਹਿਨੀਆਂ 2 ਤੇਗਾਂ। ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾਂ। ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲਏਗੀ ਤੇਰੀਆਂ ਖੋ ਤੇਗਾਂ। ਜਿਸ ਤੋਂ ਬਾਅਦ ਕਾਜ਼ੀ ਦੇ ਹੁਕਮ ਨਾਲ ਸ਼ਾਹੀ ਜੱਲਾਦ ਜਲਾਲਉਦੀਨ ਨੇ ਤਲਵਾਰ ਚਲਾਈ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਧੜ ਨਾਲੋਂ ਵੱਖ ਕਰ ਦਿੱਤਾ। ਦਿੱਲੀ ਦੇ ਚਾਂਦਨੀ ਚੌਕ ਵਿੱਚ ਵਾਪਰੇ ਇਸ ਸ਼ਹੀਦੀ ਸਾਕੇ ਦੇ ਤੁਰੰਤ ਬਾਅਦ ਬਹੁਤ ਤੇਜ਼ ਹਨੇਰੀ ਅਤੇ ਤੂਫਾਨ ਆਇਆ, ਜਿਸ ਦਾ ਫਾਇਦਾ ਚੁੱਕ ਕੇ ਗੁਰੂ ਪਾਤਸ਼ਾਹ ਜੀ ਦੇ ਸ਼ਰਧਾਲੂ ਭਾਈ ਲੱਖੀ ਸ਼ਾਹ ਵਣਜਾਰਾ ਜੀ, ਜਿਨ੍ਹਾਂ ਦੇ ਕਈ ਗੱਡੇ ਵਪਾਰ ਦੇ ਚੱਲਦੇ ਸਨ ਅਤੇ ਉਹ ਲਾਲ ਕਿਲੇ ਅੰਦਰ ਤੇ ਹੋਰ ਵੀ ਕਈ ਥਾਵਾਂ ਤੇ ਸ਼ਾਹੀ ਫੌਜਾਂ ਨੂੰ ਰਸਦ ਪਹੁੰਚਾਉਣ ਦਾ ਕੰਮ ਕਰਦੇ ਸਨ, ਉਹਨਾਂ ਨੇ ਹਨੇਰੀ ਦਾ ਫਾਇਦਾ ਚੁੱਕ ਗੁਰੂ ਪਾਤਸ਼ਾਹ ਜੀ ਦਾ ਧੜ ਆਪਣੇ ਗੱਡੇ ਵਿੱਚ ਰੱਖ ਕੇ ਆਪਣੇ ਘਰ ਲਿਜਾ ਕੇ ਆਪਣੇ ਘਰ ਨੂੰ ਅਗਨ ਭੇਟ ਕਰ ਪੂਰਨ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਧੜ ਦਾ ਸੰਸਕਾਰ ਕਰ ਦਿੱਤਾ। ਇਸ ਪਾਵਨ ਅਸਥਾਨ ਤੇ ਦਿੱਲੀ ਵਿਖੇ ਅੱਜ ਬਹੁਤ ਹੀ ਸੋਹਣਾ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਸੁਭਾਇਮਾਨ ਹੈ। ਦੂਜੇ ਪਾਸੇ ਭਾਈ ਜੈਤਾ ਜੀ, ਜਿਨ੍ਹਾਂ ਨੂੰ ਭਾਈ ਜੀਵਨ ਸਿੰਘ ਜੀ ਵੀ ਕਿਹਾ ਜਾਂਦਾ ਹੈ, ਆਪ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਤੱਕ ਰਾਹ ਵਿੱਚ ਲਗਭਗ 6 ਪੜਾਅ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਦਾ ਸੀਸ ਪੂਰਨ ਮਰਿਆਦਾ ਤੇ ਸਤਕਾਰ ਨਾਲ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਅਤੇ ਇੱਥੋਂ ਸ਼ਰਧਾ ਪੂਰਵਕ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਲੈ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋਲ ਪੁੱਜੀਆਂ। ਭਾਈ ਜੈਤਾ ਜੀ ਦਾ ਆਪਣੇ ਗੁਰੂ ਪ੍ਰਤੀ ਪਿਆਰ ਤੇ ਸ਼ਰਧਾ ਵੇਖ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਪ ਜੀ ਨੂੰ ਰੰਗ ਰੇਟੇ ਗੁਰੂ ਕੇ ਬੇਟੇ ਆਖ ਵਡਿਆਈ ਦਿੰਦਿਆਂ ਆਪਣੇ ਗਲ ਨਾਲ ਲਾ ਲਿਆ। ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਜਿਸ ਥਾਂ ਤੇ ਹਿੰਦ ਦੀ ਚਾਦਰ ਸਤਿਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ, ਇਸ ਥਾਂ ਤੇ ਗੁਰਦੁਆਰਾ ਸੀਸਗੰਜ ਸਾਹਿਬ ਸੁਸ਼ੋਭਿਤ ਹੈ। ਭਾਈ ਜੈਤਾ ਜੀ ਦੇ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਜੀ ਤੱਕ ਦੇ 6 ਪੜਾਅ ਇਸ ਪ੍ਰਕਾਰ ਹਨ। ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਕ ਦਿੱਲੀ, ਗੁਰਦੁਆਰਾ ਸੀਸਗੰਜ ਸਾਹਿਬ ਤਰਾਵੜੀ, ਗੁਰਦੁਆਰਾ ਸੀਸਗੰਜ ਸਾਹਿਬ ਅੰਬਾਲਾ, ਗੁਰਦੁਆਰਾ ਸ੍ਰੀ ਨਾਭਾ ਸਾਹਿਬ ਪਾਤਸ਼ਾਹੀ 9ਵੀਂ ਤੇ 10ਵੀਂ ਜ਼ੀਰਕਪੁਰ, ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਕੀਰਤਪੁਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਅਤੇ ਧੜ ਇੰਨੇ ਸਖਤ ਪਹਿਰੇ ਵਿੱਚੋਂ ਉਠਾ ਕੇ ਲੈ ਜਾਣ ਪਿੱਛੋਂ ਔਰੰਗਜ਼ੇਬ ਨੂੰ ਇਹ ਯਕੀਨ ਹੋ ਗਿਆ ਕਿ ਹਿੰਦੁਸਤਾਨ ਵਿੱਚ ਤਲਵਾਰ ਦੇ ਜ਼ੋਰ ਨਾਲ ਇੱਕ ਧਰਮ ਭਾਵ ਇਸਲਾਮ ਧਰਮ ਨਹੀਂ ਕੀਤਾ ਜਾ ਸਕਦਾ, ਜਿਸ ਤੋਂ ਬਾਅਦ ਉਸ ਨੇ ਇੱਕ ਧਰਮ ਕਰਨ ਦਾ ਖਿਆਲ ਤਿਆਗ ਦਿੱਤਾ।
ਜੇ ਕੁਰਬਾਨੀਆਂ ਦਾ ਇਤਿਹਾਸ ਵਾਚੀਏ ਤਾਂ ਆਪਣੇ ਹੱਕਾਂ ਲਈ, ਪਰਿਵਾਰ ਲਈ, ਧਰਮ ਕਬੀਲੇ ਲਈ ਆਦਿ ਕਾਲ ਤੋਂ ਹੀ ਪ੍ਰਭੂ ਪਿਆਰੇ ਭਗਤ ਜਨ, ਸਮਾਜ ਸੇਵਕ ਆਪਣਾ ਆਪਾ ਕੁਰਬਾਨ ਕਰਦੇ ਆਏ ਹਨ। ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਦੂਜੇ ਦੇ ਧਰਮ ਲਈ, ਧਰਮਾਂ ਦੀ ਆਜ਼ਾਦੀ ਲਈ ਕਿਸੇ ਦੂਜੇ ਧਰਮ ਦੇ ਰਹਿਬਰ ਨੇ ਆਪਣੀ ਕੁਰਬਾਨੀ ਦਿੱਤੀ ਹੋਵੇ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੇ ਗੁਰੂ ਪਿਤਾ ਜੀ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਚੌਥੀ ਜੰਗ ਵਿੱਚ ਜੋ ਜੌਹਰ ਵਿਖਾਏ, ਉਹਨਾਂ ਸਦਕਾ ਗੁਰੂ ਪਿਤਾ ਜੀ ਨੇ ਆਪ ਜੀ ਨੂੰ 3 ਬਖਸ਼ਿਸ਼ਾਂ ਨਾਲ ਨਿਵਾਜਿਆ ਜੋ ਉਸ ਵੇਲੇ ਬੀਜ ਮਾਤਰ ਸਨ। ਇੱਕ ਰੁਮਾਲ, ਇੱਕ ਕਟਾਰ ਤੇ ਇੱਕ ਪੋਥੀ ਸਾਹਿਬ, ਜਿਸ ਨੂੰ ਅੱਗੇ ਚੱਲ ਕੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੰਨਾ ਵਧਾਇਆ ਕਿ ਇੱਕ ਛੋਟਾ ਜਿਹਾ ਰੁਮਾਲ ਧਰਮ ਦੀ ਚਾਦਰ ਬਣ ਗਿਆ। ਕਟਾਰ ਨੇ ਤੇਗ ਦਾ ਰੂਪ ਧਾਰਨ ਕਰ ਲਿਆ ਤੇ ਪੋਥੀ ਸਾਹਿਬ ਵਿੱਚ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੀ ਪਾਬੰਦੀਆਂ ਤੋਂ ਬਾਅਦ ਵੀ ਜਿੱਥੇ ਪ੍ਰਚਲਿਤ ਰਾਗਾਂ ਵਿੱਚ ਆਪ ਜੀ ਨੇ 59 ਸ਼ਬਦ ਤੇ 57 ਸਲੋਕ ਰਚਿਤ ਕੀਤੇ, ਉੱਥੇ ਆਪ ਜੀ ਨੇ ਇੱਕ ਨਵਾਂ ਰਾਗ ਜੈਜਾਵੰਤੀ ਵੀ ਉਚਾਰਨ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਹੀ ਸਹਿਜ ਅਵਸਥਾ ਵਿੱਚ ਬਤੀਤ ਹੋਇਆ। ਆਪ ਜੀ ਕਥਨੀ ਤੇ ਕਰਨੀ ਦੇ ਪੂਰੇ ਸਨ। ਆਪ ਜੀ ਨੇ ਜੋ ਕੁਝ ਆਪਣੀ ਰਚਨਾ ਵਿੱਚ ਕਿਹਾ, ਉਹ ਆਪ ਜੀ ਨੇ ਆਪਣੇ ਪਿੰਡੇ ਤੇ ਹੰਡਾਇਆ ਵੀ। ਗੁਰੂ ਜੀ ਦਾ ਚਰਿੱਤਰ ਬੜਾ ਹੀ ਵਿਚਿੱਤਰ ਸੀ। ਆਪ ਜੀ ਸੁਭਾਅ ਦੇ ਸ਼ਾਂਤ ਹੁੰਦੇ ਹੋਏ ਵੀ ਤੇਗ ਦੇ ਧਨੀ ਸਨ। ਉਸ ਵੇਲੇ ਜੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹਿੰਦ ਦੀ ਚਾਦਰ, ਧਰਮ ਦੀ ਚਾਦਰ ਜਾਂ ਮਨੁੱਖਤਾ ਦੀ ਚਾਦਰ ਨਾ ਬਣਦੇ ਤੇ ਅੱਜ ਭਾਰਤ ਦੀ ਦਸ਼ਾ ਕੁਝ ਹੋਰ ਹੁੰਦੀ। ਇਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਔਰੰਗਜ਼ੇਬ ਸਵਾ ਮਣ ਜਨੇਊ ਲਾ ਕੇ ਰਾਤ ਦੀ ਰੋਟੀ ਖਾਂਦਾ ਸੀ। ਸਾਰਿਆਂ ਨੂੰ ਉਸ ਨੇ ਮੁਸਲਮਾਨ ਬਣਾ ਦੇਣਾ ਸੀ, ਕਿਸੇ ਦਾ ਤਿਲਕ ਤੇ ਜੰਜੂ ਨਾ ਰਹਿੰਦਾ। ਜੇ ਹਿੰਦੁਸਤਾਨ ਵਿੱਚ ਅੱਜ ਵੱਖ-ਵੱਖ ਧਰਮ ਕਾਇਮ ਹਨ ਤਾਂ ਸਿਰਫ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਕਰਕੇ ਹੀ ਹਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਪਿਤਾ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਸ ਸ਼ਹਾਦਤ ਨੂੰ ਉਸ ਬਿਖੜੇ ਤੇ ਭਿਆਨਕ ਸਮੇਂ ਦਾ ਸਭ ਤੋਂ ਵੱਡਾ ਸਾਕਾ ਦੱਸਿਆ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮਹਿਸਾਕਾ, ਸਾਧਨ ਹੇਤ ਇਹ 30 ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਅੱਜ ਸਮੁੱਚੇ ਭਾਰਤ ਤੇ ਖਾਸ ਕਰਕੇ ਹਿੰਦੂ ਸਮਾਜ ਨੂੰ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਰਿਣੀ ਹੋਣਾ ਚਾਹੀਦਾ ਹੈ, ਜਿਨ੍ਹਾਂ ਦੇ ਦੀਨ ਦੀ ਖਾਤਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣਾ ਆਪਾ ਵਾਰ ਦਿੱਤਾ। ਸਤਿਗੁਰ ਤੇਗ ਬਹਾਦਰ ਦੇ ਬਾਝ ਹਿੰਦ ਤੇ ਚਾਦਰ ਕਿਸ ਪ੍ਰੇਮ ਦੀ ਤਾਨਣੀ ਏ, ਉਸ ਪਿਆਰੇ ਸਤਿਗੁਰ ਦਾ ਸੀਸ ਤੱਕ ਕੇ ਸੀਨਾ ਹੋ ਰਿਹਾ ਛਾਨਣੀ ਏ। ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ, ਪਰਲੋ ਤੀਕ ਸੰਸਾਰ ਨੇ ਜਾਣਨੀ ਏ। ਉਹੀ ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ, ਜਿਹਦੀ ਚਾਂਦਨੀ ਚੌਂਕ ਵਿੱਚ ਚਾਨਣੀ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।